ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਕਿਲਡ ਕੰਮ ਤਾਂ ਦੱਸਦੇ ਸੀਗੇ ਕਿਉਂਕਿ ਕੁਝ ਲੋਕ ਚਾਹੁੰਦੇ ਆ ਕਿ ਅਸੀਂ ਹੱਥੀਂ ਕੰਮ ਕਰੀਏ ਤੇ ਹੱਥੀਂ ਕੰਮ ਕਰਨ ਵਾਲਿਆਂ ਦੇ ਲਈ ਕਿਹੜਾ ਹੁਨਰ ਆ ਜਿਹੜਾ ਇੱਥੇ ਚਾਹੀਦਾਗਾ। ਪਰ ਕੁਝ ਲੋਕ ਚਾਹੁੰਦੇ ਆ ਵੀ ਭਾਈ ਅਸੀਂ ਸਮਾਰਟ ਕੰਮ ਕਰਨਾ, ਅਸੀਂ ਕੁਰਸੀ ਤੇ ਬੈਠ ਕੇ ਕੰਮ ਕਰਨਾ ਚਾਹੁੰਦੇ ਆਂਗੇ। ਸੋ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਵੀ ਤੁਸੀਂ ਹਾਈ ਡਿਮਾਂਡ ਜਿਹੜੀਆਂ ਜੌਬਸ ਨੇ ਇੱਥੇ ਕਿਵੇਂ ਫਾਈਂਡ ਆਊਟ ਕਰ ਸਕਦੇ ਹੋ, ਕਿਹੜੇ ਸੈਕਟਰ ਦੇ ਵਿੱਚ ਹਾਈ ਡਿਮਾਂਡ ਜੌਬਸ ਨੇ ਤੇ ਆਪਾਂ ਨੂੰ ਜੌਬ ਲੈਣ ਦੇ ਲਈ ਕੀ ਤਿਆਰੀਆਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਨੇ ਜਿਨ੍ਹਾਂ ਕੋਲੇ ਐਕਸਪੀਰੀਅੰਸ ਨਹੀਂ ਹੁੰਦਾ। ਸੋ ਬਿਨਾਂ ਐਕਸਪੀਰੀਅੰਸ ਤੋਂ ਜੌਬ ਲੈਣਾ ਬਹੁਤ ਵੱਡੀ ਇੱਕ ਚੁਣੌਤੀ ਹੁੰਦੀ ਹੈਗੀ, ਕਿਉਂਕਿ ਹਰ ਕੰਪਨੀ ਚਾਹੁੰਦੀ ਆ ਵੀ ਅਸੀਂ ਜਿਹੜੇ ਬੰਦੇ ਨੂੰ ਵੀ ਹਾਇਰ ਕਰੀਏ ਉਸ ਬੰਦੇ ਕੋਲੇ ਰੈਲੇਵੈਂਟ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਵੇ। ਪਰ ਇਹ ਵੀ ਆਪਾਂ ਨੂੰ ਪਤਾ ਹੀ ਆ ਵੀ ਹਰ ਕੋਈ ਸ਼ੁਰੂ ਤੋਂ ਤਾਂ ਨਾਲ ਐਕਸਪੀਰੀਅੰਸ ਲੈ ਕੇ ਨਹੀਂ ਆਉਂਦਾ। ਇਸੇ ਕਰਕੇ ਜਦੋਂ ਵੀ ਆਪਣੇ ਕੋਲੇ ਫ੍ਰੀ ਟਾਈਮ ਹੁੰਦਾ ਉਸ ਟਾਈਮ ਦੇ ਵਿੱਚ ਆਪਾਂ ਇਹ ਐਕਸਪੀਰੀਅੰਸ ਗੇਨ ਕਰ ਸਕਦੇ ਆਂਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਕੰਟਰੈਕਟ ਜੌਬ ਤੇ ਫੁੱਲ ਟਾਈਮ ਜੌਬ ਕਿਵੇਂ ਵਰਕ ਕਰਦੀਆਂ ਨੇ ਕੈਨੇਡਾ ਦੇ ਵਿੱਚ, ਤੇ ਜਦੋਂ ਤੁਸੀਂ ਜੌਬ ਛੱਡਣੀ ਆ ਉਦੋਂ ਕੀ ਪ੍ਰੋਸੀਜਰ ਆ, ਜੌਬ ਲੈਣੀ ਆ ਉਦੋਂ ਕੀ ਪ੍ਰੋਸੀਜਰ ਆ। ਕਿਉਂਕਿ ਜੇ ਤਾਂ ਬੇਸਿਕ ਜੌਬ ਤੇ ਹੀ ਰਹੋਗੇ ਤਾਂ ਫਿਰ ਸਿਰਫ ਤੁਹਾਡਾ ਖਰਚਾ ਹੀ ਚੱਲੂਗਾ, ਜਿਵੇਂ ਘਰ ਦਾ ਖਰਚਾ, ਰੈਂਟ ਭਰ ਲਿਆ। ਪਰ ਜੇਕਰ ਇੱਥੇ ਆ ਕੇ ਤੁਸੀਂ ਇੱਕ ਵਧੀਆ ਜ਼ਿੰਦਗੀ ਜਿਉਣੀ ਆ ਤਾਂ ਤੁਹਾਨੂੰ ਇੱਕ ਵਧੀਆ ਜੌਬ ਕਰਨੀ ਹੀ ਪੈਣੀ ਆ, ਚਾਹੇ ਉਹਦੇ ਲਈ ਤੁਹਾਨੂੰ ਪੜ੍ਹਾਈ ਕਰਨੀ ਪਵੇ ਤੇ ਚਾਹੇ ਤੁਹਾਨੂੰ ਆਪਣਾ ਐਕਸਪੀਰੀਅੰਸ ਲੈਣਾ ਪਵੇ। ਸੋ 1 ਬਾਏ 1 ਆਪਾਂ ਸਟਾਰਟ ਕਰਾਂਗੇ ਵੀ ਤੁਸੀਂ ਹਾਈ ਡਿਮਾਂਡ ਜੌਬਸ ਆ ਉਹ ਕਿਵੇਂ ਫਾਈਂਡ ਆਊਟ ਕਰਨੀਆਂ ਤੇ ਕਿਹੜੀਆਂ ਹਾਈ ਡਿਮਾਂਡ ਜੌਬਸ। ਸੋ ਜਿਵੇਂ ਸਾਨੂੰ ਕੈਨੇਡਾ 'ਚ ਰਹਿੰਦਿਆਂ ਨੂੰ ਬਹੁਤ ਟਾਈਮ ਹੋ ਗਿਆ ਵਾ, ਸੋ ਐਨੇ ਟਾਈਮ ਦੇ ਵਿੱਚ ਅਸੀਂ ਕੈਨੇਡਾ ਦੀ ਜੌਬ ਮਾਰਕੀਟ ਨੂੰ ਪ੍ਰੋਪਰਲੀ ਸਮਝ ਚੁੱਕੇ ਕਿ ਇੱਥੇ ਕਿਹੜੀਆਂ ਜੌਬਸ ਜ਼ਿਆਦਾ ਡਿਮਾਂਡ ਦੇ ਵਿੱਚ ਆ, ਜਾਂ ਤੁਹਾਨੂੰ ਕਿਹੜਾ ਐਕਸਪੀਰੀਅੰਸ ਚਾਹੀਦਾ ਹੁੰਦਾ ਇੱਕ ਵਧੀਆ ਜੌਬ ਕਰਨ ਦੇ ਲਈ। ਸੋ ਜਿਵੇਂ ਮੈਂ ਵੀ ਜਦੋਂ ਜੌਬ ਸਟਾਰਟ ਕੀਤੀ ਸੀਗੀ ਟਿਮ ਹਾਰਟਨ ਤੋਂ ਸਟਾਰਟ ਕੀਤੀ ਸੀਗੀ, ਸੋ ਹੌਲੀ ਐਵੇਂ ਹੀ ਐਕਸਪੀਰੀਅੰਸ ਗੇਨ ਕੀਤਾ ਤੇ ਜਿਹੜੀ ਮੈਂ ਹੁਣ ਰੀਸੈਂਟ ਜੌਬ ਛੱਡੀ ਆ ਉਹ ਮੇਰੀ ਸਕੋਸ਼ੀਆ ਬੈਂਕ ਦੇ ਵਿੱਚ ਸੀਗੀ ਤੇ ਉਹ ਮੇਰੀ ਕੰਟਰੈਕਟ ਜੌਬ ਸੀਗੀ। ਸੋ ਅੱਜ ਆਪਾਂ ਗੱਲਬਾਤ ਪਹਿਲਾਂ ਕਰਦੇ ਹਾਂ ਕੰਟਰੈਕਟ ਜੌਬ ਤੇ ਪਰਮਾਨੈਂਟ ਜੌਬ ਦੇ ਵਿੱਚ ਕੀ ਫਰਕ ਆ। ਚੱਕਰ ਇਹ ਹੁੰਦਾ ਵਾ ਕਿ ਜਦੋਂ ਆਪਾਂ ਕੰਟਰੈਕਟ ਵਰਡ ਸੁਣਦੇ ਆ ਨਾ ਤੇ ਆਪਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਹੋ ਜਾਂਦਾ ਕਿ ਕੰਟਰੈਕਟ ਜੌਬ ਤਾਂ ਕਦੇ ਵੀ ਛੁੱਟ ਸਕਦੀ ਹੈ ਤੇ ਮੈਂ ਫੋਕਸ ਕਰਾਂ ਪਰਮਾਨੈਂਟ ਜੌਬ ਦੇ ਉੱਤੇ। ਹਾਂਜੀ, ਪਰਮਾਨੈਂਟ ਜੌਬ ਦਾ ਇਹ ਤਾਂ ਹੁੰਦਾ ਵਾ ਕਿ ਤੁਹਾਡੇ ਕੋਲੇ ਪੱਕੀ ਜੌਬ ਹੁੰਦੀ ਆ, ਪਰ ਜੇ ਕਿਤੇ ਤੁਹਾਨੂੰ ਵਧੀਆ ਸੈਲਰੀ 'ਚ ਵਧੀਆ ਪੋਜੀਸ਼ਨ 'ਚ ਕੰਟਰੈਕਟ ਜੌਬ ਵੀ ਮਿਲਦੀ ਆ ਤਾਂ ਤੁਸੀਂ ਉਹ ਵੀ ਕਰ ਲਵੋ, ਕਿਉਂਕਿ ਬੈਨੀਫਿਟਸ ਜਿਹੜੇ ਆ ਆਲਮੋਸਟ ਸੇਮ ਹੀ ਹੁੰਦੇ ਆ। ਸੇਮ ਤੁਹਾਨੂੰ ਹੈਲਥ ਬੈਨੀਫਿਟ ਮਿਲਦੀ ਆ, ਵਕੇਸ਼ਨ ਪੇ ਵੀ ਮਿਲਦੀ ਆ, ਵਕੇਸ਼ਨਸ ਵੀ ਮਿਲਦੀਆਂ ਵਾ, ਤੇ ਜੇ ਤੁਸੀਂ ਕੰਪਨੀ 'ਚ ਆਪਣਾ ਵਧੀਆ ਆਊਟਪੁੱਟ ਦਿੰਦੇ ਆ ਤਾਂ ਤੁਹਾਡਾ ਕੰਟਰੈਕਟ ਜਿਹੜਾ ਵਾ ਉਹ ਐਕਸਟੈਂਡ ਵੀ ਕਰ ਦਿੱਤਾ ਜਾਂਦਾ ਤੇ ਤੁਹਾਨੂੰ ਪਰਮਾਨੈਂਟ ਰੱਖ ਲਿਆ ਜਾਂਦਾ ਵਾ। ਕੰਟਰੈਕਟ ਜੌਬਸ ਮੋਸਟਲੀ ਜਦੋਂ ਤੁਸੀਂ ਕਿਸੇ ਏਜੰਸੀ ਥਰੂ ਅਪਲਾਈ ਕਰਦੇ ਹੋ ਤਾਂ ਉਹ ਤੁਹਾਨੂੰ ਕੰਟਰੈਕਟ ਜੌਬ ਹੀ ਜਿਹੜੇ ਉਹ ਦਿੰਦੇ ਆ। ਕੰਟਰੈਕਟ ਜੌਬਸ ਦੇ ਵਿੱਚ ਵੀ ਜਿਹੜੇ ਪੈਕੇਜ ਆ ਉਹ ਬਹੁਤ ਜ਼ਿਆਦਾ ਵਧੀਆ ਹੁੰਦੇ ਆ। ਸੋ ਮੇਰਾ ਤਾਂ ਹੁਣ ਤੱਕ ਦਾ ਇਹੀ ਐਕਸਪੀਰੀਅੰਸ ਆ ਕਿ ਜੇ ਤੁਹਾਨੂੰ ਕੰਟਰੈਕਟ ਜੌਬ ਵੀ ਵਧੀਆ ਸੈਲਰੀ ਦੀ ਮਿਲਦੀ ਆ ਤੇ ਕੰਟਰੈਕਟ ਜੌਬ ਸਟਾਰਟ ਕਰ ਲਵੋ, ਵਧੀਆ ਆਊਟਪੁੱਟ ਦੇਵੋਗੇ ਤੇ ਹੌਲੀ ਪਰਮਾਨੈਂਟ ਵੀ ਹੋ। ਸੋ ਕੰਟਰੈਕਟ ਜੌਬ ਤੇ ਪਰਮਾਨੈਂਟ ਜੌਬ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ, ਪਰ ਕੁਝ ਜੌਬਸ ਜਿਵੇਂ IT ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਜਿਹੜੀ ਜੌਬ ਦੇ ਵਿੱਚ ਸੈਲਰੀ ਮਿਲਦੀ ਆ ਇੱਕ ਤਾਂ ਪੇਰੋਲ ਤੇ ਮਿਲਦੀ ਆ। ਸਾਰਿਆਂ ਨੂੰ ਪਤਾ ਵੀ ਜਦੋਂ ਪੇਰੋਲ ਤੇ ਆਪਾਂ ਜੌਬ ਕਰਦੇ ਆ ਉਸ ਟਾਈਮ ਤੇ ਆਪਣੀ EI ਕੱਟੀ ਜਾਂਦੀ ਆ, ਆਪਾਂ ਨੂੰ ਗੌਰਮੈਂਟ ਦਾ ਟੈਕਸ ਵੀ ਦੇਣਾ ਪੈਂਦਾ ਤੇ ਆਪਾਂ ਨੂੰ ਜ਼ਿਆਦਾ ਟੈਕਸ ਦੇਣਾ ਪੈਂਦਾ। ਪਰ ਕੁਝ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਜੌਬ ਦੀ ਜਿਹੜੀ ਸੈਲਰੀ ਹੈਗੀ ਉਹ ਕਾਰਪੋਰੇਸ਼ਨ ਤੇ ਦਿੰਦੀ ਆ। ਕਾਰਪੋਰੇਸ਼ਨ ਤੇ ਕੀ ਹੁੰਦਾ ਕਿ ਥੋੜਾ ਟੈਕਸ ਨਹੀਂ ਕੱਟਿਆ ਜਾਂਦਾ, ਤੁਹਾਨੂੰ ਇੱਕ ਵਾਰੀ ਟੈਕਸ ਮਿਲਦਾ ਤੇ ਐਂਡ ਤੇ ਤੁਸੀਂ ਆਪਦੇ ਮੁਤਾਬਕ ਹੀ ਤੁਸੀਂ ਜਿਹੜਾ ਆਪਣਾ ਟੈਕਸ ਆ ਉਹ ਪੇ ਕਰਨਾਗਾ। ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਆਪਣੀ ਜਿਹੜੀ ਸੈਲਰੀ ਹੈਗੀ ਉਹ ਆਪਾਂ ਦਿਖਾ ਕੇ ਆਪਾਂ ਟੈਕਸ ਬਚਾ ਲੈਂਦੇ ਹਾਂ, ਆਪਾਂ ਘੱਟ ਸ਼ੋਅ ਵੀ ਕਰ ਦਿੰਦੇ ਹਾਂ ਕਈ ਵਾਰੀ, ਹੈ ਨਾ। ਮੋਸਟਲੀ ਜਿਵੇਂ ਹੁਣ ਟਰੱਕ ਡਰਾਈਵਰ ਆ ਗਏ, ਉਹ ਆਪਣੀ ਜਿਹੜੀ ਓਨਟਾਰੀਓ ਦੇ ਵਿੱਚ ਜਿਹੜੇ ਜ਼ਿਆਦਾ ਟਰੱਕ ਡਰਾਈਵ ਕਰਦੇ ਆਗੇ ਉਹਨਾਂ ਦੀ ਜਿਹੜੀ ਤਨਖਾਹ ਹੁੰਦੀ ਆ ਉਹ ਕਾਰਪੋਰੇਸ਼ਨ ਦੇ ਬੇਸ ਤੇ ਹੁੰਦੀ ਆ ਤੇ ਉਹਦੇ ਵਿੱਚ ਐਂਡ ਤੇ ਆਪਾਂ ਕੁਝ ਖਰਚੇ ਸ਼ੋਅ ਕਰਕੇ ਆਪਾਂ ਜਿਹੜੇ ਹੈਗੇ ਟੈਕਸ ਆਪਾਂ ਘੱਟ ਭਰਦੇ ਆਂਗੇ। ਸੋ ਜੇਕਰ ਤੁਹਾਨੂੰ IT ਫੀਲਡ ਦੇ ਵਿੱਚ ਇੱਦਾਂ ਦੀ ਜੌਬ ਮਿਲਦੀ ਆ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ, ਕਿਉਂਕਿ IT ਫੀਲਡ ਦੇ ਵਿੱਚ ਜਿਹੜੇ ਪੈਕੇਜ ਹੁੰਦੇ ਹੈਗੇ ਉਹ ਲੱਖ ਡਾਲਰ, $1.5 ਲੱਖ ਤੱਕ ਦੇ ਹੁੰਦੇ ਆ ਤੇ ਜੇਕਰ ਆਪਾਂ ਨੂੰ ਉਹ ਕਾਰਪੋਰੇਸ਼ਨ ਤੇ ਮਿਲ ਰਹੀ ਤਾਂ ਆਪਾਂ ਬਹੁਤ ਸਾਰੇ ਪੈਸੇ ਜਿਹੜੇ ਆ ਬਚਾ ਸਕਦੇ ਆਂਗੇ। ਪਰ ਮੇਨ ਚੈਲੰਜ ਤਾਂ ਇਹੀ ਆ ਜਾਂਦਾ ਵੀ ਆਪਾਂ IT ਸੈਕਟਰ ਦੇ ਵਿੱਚ ਜਾਣਾ ਕਿਵੇਂ ਆ। IT ਸੈਕਟਰ ਦੇ ਵਿੱਚ ਜੇਕਰ ਆਪਾਂ ਜਾਣਾ ਪਹਿਲਾਂ ਆਪਾਂ ਨੂੰ ਐਂਟਰੀ ਲੈਵਲ ਵਾਲੀ ਜੌਬ ਲੱਭਣੀ ਪਊਗੀ, ਹੈ ਨਾ। ਐਂਟਰੀ ਲੈਵਲ ਵਾਲੀ ਜੌਬ ਹੋ ਸਕਦਾ ਆਪਾਂ ਨੂੰ $15 $16 ਤੇ ਮਿਲੇ, ਪਰ ਜਦੋਂ ਇੱਕ ਵਾਰੀ ਆਪਾਂ ਐਂਟਰ ਹੋ ਗਏ ਆ ਨਾਲ ਆਪਾਂ ਸਰਟੀਫਿਕੇਸ਼ਨਸ ਕਰੀ ਜਾਣੀਆਂ ਨੇ। ਸਰਟੀਫਿਕੇਸ਼ਨਸ ਕਰਨ ਦੇ ਨਾਲ ਆਪਣਾ ਐਕਸਪੀਰੀਅੰਸ ਗੇਨ ਹੋਊਗਾ, ਫਿਰ ਆਪਾਂ ਨੂੰ ਹੌਲੀ ਸਟੈਪ ਚੜ੍ਹਦੇ ਆਪਾਂ ਨੂੰ ਇੱਕ ਵਧੀਆ ਜੌਬ ਜਿਹੜੀ ਆ ਮਿਲ ਜਾਣੀ ਆ।
ਪਰ ਆਪਾਂ ਨੂੰ ਸਬਰ ਕਰਨਾ ਪੈਣਾ। ਜੇਕਰ ਸਬਰ ਨਹੀਂ ਕਰਾਂਗੇ ਫੇਰ ਨਹੀਂ ਆਪਾਂ ਆਈਟੀ ਦੇ ਵਿੱਚ ਅੱਗੇ ਜਾ ਸਕਦੇ। ਕੈਨੇਡਾ ਦੇ ਵਿੱਚ ਜਦੋਂ ਵੀ ਤੁਸੀਂ ਇੱਕ ਜੌਬ ਤੋਂ ਦੂਜੀ ਜੌਬ ਚੇਂਜ ਕਰਨੀ ਹੁੰਦੀ ਆ ਤਾਂ ਤੁਸੀਂ 2 ਵੀਕਸ ਦਾ ਨੋਟਿਸ ਦਿੰਦੇ ਹੋ। ਸੋ ਇਹ ਮਤਲਬ ਹੁੰਦਾ ਵਾ ਕਿ 2 ਵੀਕਸ ਦੇ ਵਿੱਚ ਜਿੱਥੇ ਤੁਸੀਂ ਪਹਿਲਾਂ ਕੰਮ ਕਰਦੇ ਹੋ ਨਵਾਂ ਬੰਦਾ ਲੱਭ ਲੈਣਗੇ ਤੇ ਉਹਨੂੰ ਟ੍ਰੇਨ ਕਰ ਲੈਣਗੇ ਤੁਹਾਡੀ ਜਗ੍ਹਾ ਦੇ ਉੱਤੇ। ਸੋ ਆਲਵੇਜ਼ ਇੱਥੇ ਇਹੀ ਚੱਲਦਾ ਵਾ ਕਿ ਜਦੋਂ ਵੀ ਤੁਸੀਂ ਜੌਬ ਛੱਡਣੀ ਆ 2 ਵੀਕਸ ਦਾ ਨੋਟਿਸ ਜਿਹੜਾ ਦੇਣਾ ਵਾ। ਪਰ ਕਈ ਵਾਰ ਕਈ ਲੋਕੀ ਅੱਜ ਕੱਲ੍ਹ ਕੀ ਕਰਦੇ ਆ, ਜਿਵੇਂ ਕੱਲ੍ਹ ਨੂੰ ਕੰਮ ਤੇ ਜਾਣਾ ਵਾ ਅੱਜ ਹੀ ਫੋਨ ਕਰਕੇ ਕਹਿ ਦੇਣਗੇ ਕਿ ਮੈਂ ਕੱਲ੍ਹ ਤੋਂ ਕੰਮ ਤੇ ਨਹੀਂ ਆਉਣਾ। ਸੋ ਐਵੇਂ ਨਾ ਕਰਿਆ ਕਰੋ ਕਿਉਂਕਿ ਇੱਕ ਤੁਹਾਡੀ ਰੈਪੂਟੇਸ਼ਨ ਵੀ ਡਾਊਨ ਹੁੰਦੀ ਆ। ਜੇ ਇਨ ਫਿਊਚਰ ਤੁਸੀਂ ਉਸੇ ਕੰਪਨੀ 'ਚ ਦੁਬਾਰਾ ਕੰਮ ਕਰਨਾ ਹੋਵੇ ਅਗਲੇ ਤੁਹਾਨੂੰ ਰੱਖਦੇ ਨਹੀਂ ਆ। ਸੋ ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਕੰਟਰੈਕਟ ਜੌਬ ਬਾਰੇ ਗੱਲਬਾਤ ਕੀਤੀ ਸੀ, ਇੱਥੇ ਮੈਂ ਇੱਕ ਚੀਜ਼ ਮੈਂਸ਼ਨ ਕਰਦੀ ਹਾਂ ਕਿ ਜਦੋਂ ਵੀ ਤੁਸੀਂ PR ਅਪਲਾਈ ਕਰਨੀ ਆ ਉਦੋਂ ਤੁਹਾਨੂੰ ਕੰਟਰੈਕਟ ਜੌਬ ਜਿਹੜੀ ਆ ਉਹ ਐਲੀਜੀਬਲ ਨਹੀਂ ਹੋਊਗੀ PR ਦੇ ਲਈ। ਉਦੋਂ ਤੁਹਾਨੂੰ ਪਰਮਾਨੈਂਟ ਜੌਬ ਚਾਹੀਦੀ ਹੋਊਗੀ। ਜਦੋਂ ਤਾਂ ਆਪਾਂ ਬੇਸਿਕ ਜੌਬਸ ਜਿਹੜੀਆਂ ਅਪਲਾਈ ਕਰਦੇ ਆ ਉਸ ਟਾਈਮ ਤੇ ਜਿਹੜਾ ਆਪਾਂ ਰੈਜ਼ੂਮੇ ਬਣਾਉਣੇ ਆ ਹਨਾ ਉਹ ਮੈਟਰ ਨਹੀਂ ਕਰਦਾ ਹੁੰਦਾ ਹਨਾ, ਉਹ ਕਿਉਂਕਿ ਬੇਸਿਕ ਜੌਬ ਹੁੰਦੀਆਂ ਨੇ, ਲੇਬਰ ਕਲਾਸ ਜੌਬ ਹੁੰਦੀਆਂ ਨੇ। ਪਰ ਜਦੋਂ ਆਪਾਂ ਕੋਈ ਸਪੈਸੀਫਿਕ ਜੌਬ ਲੈਣੀ ਆ ਤਾਂ ਉਹਦੇ ਵਿੱਚ ਰੈਲੇਵੈਂਸੀ ਹੋਣੀ ਬਹੁਤ ਜ਼ਰੂਰੀ ਆ। ਬਹੁਤ ਸਾਰੇ ਜਿਹੜੇ ਬੱਚੇ ਆਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਰੈਜ਼ੂਮੇ ਬਾਰੇ ਨਹੀਂ ਪਤਾ। ਸੋ ਰੈਜ਼ੂਮੇ ਦੇ ਵਿੱਚ ਤੁਸੀਂ ਉਹੀ ਐਕਸਪੀਰੀਅੰਸ ਆਪਣਾ ਪਾਉਣਾ, ਰੈਲੇਵੈਂਸੀ ਕਰਨੀ ਆ ਜਿਹੜੀ ਜੌਬ ਤੁਸੀਂ ਅਪਲਾਈ ਕਰ ਰਹੇ ਹੋ, ਉਹਦੇ ਕੀਵਰਡਸ ਤੁਸੀਂ ਕਰਨੇ ਨੇ। ਇੱਕ ਪ੍ਰੋਫੈਸ਼ਨਲ ਰੈਜ਼ੂਮੇ ਹੋਣਾ ਚਾਹੀਦਾ। ਜੇ ਤੁਹਾਡੇ ਰੈਜ਼ੂਮੇ ਦੇ ਵਿੱਚ ਕੀਵਰਡਸ ਹੋਣਗੇ ਫੇਰ ਹੀ ਆਨਲਾਈਨ ਤੁਹਾਡਾ ਰੈਜ਼ੂਮੇ ਜਿਹੜਾ ਚੱਕਿਆ ਜਾਊਗਾ। ਨੰਬਰ 2 ਤੇ ਰੈਫਰੈਂਸ ਬਹੁਤ ਕੰਮ ਕਰਦੀ ਹੈਗੀ। ਇਸ ਚੀਜ਼ ਦੇ ਲਈ ਤੁਹਾਨੂੰ ਆਪਣੇ ਕਨੈਕਸ਼ਨ ਬਣਾਉਣੇ ਪੈਣਗੇ ਜਿਹੜੇ ਆਲਰੇਡੀ ਉਹਨਾਂ ਕੰਪਨੀਜ਼ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰੋ। ਤੁਹਾਡੇ ਕੋਈ ਯਾਰ ਦੋਸਤ ਕੰਮ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰੋ, ਉਹਨਾਂ ਨੂੰ ਪੁੱਛੋ ਕਿ ਮੈਂ ਇਸ ਫੀਲਡ ਦੇ ਵਿੱਚ ਐਂਟਰ ਹੋਣਾ ਗਾ, ਕੀ ਤੂੰ ਮੈਨੂੰ ਰੈਫਰ ਕਰ ਦੇਗਾ। ਸੋ ਉਹ ਤੁਹਾਨੂੰ ਰੈਫਰ ਕਰ ਸਕਦੇ ਹੁੰਦੇ ਹੈਗੇ ਆਪਣੀ ਕੰਪਨੀ ਦੇ ਵਿੱਚ, ਪਰ ਫਿਰ ਵੀ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ। ਨੰਬਰ 2 ਤੇ ਲਿੰਕਡਇਨ ਬਹੁਤ ਜ਼ਰੂਰੀ ਆ। ਲਿੰਕਡਇਨ ਇੱਕ ਐਪਲੀਕੇਸ਼ਨ ਹੈਗੀ ਹੈ ਨਾ ਜਿਹਦੇ ਤੇ ਜ਼ਿਆਦਾਤਰ ਤੁਸੀਂ ਬਿਜ਼ਨਸ ਦੇ ਰਿਲੇਟਡ, ਜੌਬਸ ਦੇ ਰਿਲੇਟਡ ਹੀ ਪੋਸਟਿੰਗ ਦੇਖੋਗੇ। ਉੱਥੇ ਆਪਣੀ ਪ੍ਰੋਫਾਈਲ ਬਣਾਉਣੀ ਬਹੁਤ ਜ਼ਰੂਰੀ ਆ। ਮੈਨੂੰ ਯਾਦ ਆ ਜਦੋਂ ਅਸੀਂ ਲੈਂਪਟਨ ਕਾਲਜ ਦੇ ਵਿੱਚ ਪੜ੍ਹਦੇ ਸੀਗੇ, ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਸੀਗੇ, ਤਾਂ ਲਾਸਟ ਸਮੈਸਟਰ ਦੇ ਵਿੱਚ ਸਾਡੇ ਤੋਂ ਵੀ ਸਾਡੀਆਂ ਪ੍ਰੋਫਾਈਲਸ ਬਣਾਈਆਂ ਗਈਆਂ। ਬਹੁਤ ਸਾਰੇ ਸਟੂਡੈਂਟਸ ਨੇ ਆਪਣੀਆਂ ਲਿੰਕਡਇਨ 'ਤੇ ਪ੍ਰੋਫਾਈਲਸ ਬਣਾਈਆਂ ਹੁੰਦੀਆਂ ਨੇ ਪਰ ਉਹ ਅਪਡੇਟ ਨਹੀਂ ਹੁੰਦੇ। ਸੋ ਤੁਸੀਂ ਲਿੰਕਡਇਨ 'ਤੇ ਅਪਡੇਟ ਜ਼ਰੂਰ ਰਿਹਾ ਕਰੋ। ਆਪਣੀ ਜੋ ਵੀ ਤੁਹਾਡੀ ਐਕਸਪੀਰੀਅੰਸ ਹੈਗਾ ਜੌਬ ਦੇ ਵਿੱਚ ਉਹਨੂੰ ਜ਼ਰੂਰ ਆਪਣੀ ਉਸ ਪ੍ਰੋਫਾਈਲ 'ਤੇ ਅਪਡੇਟ ਕਰਿਆ ਕਰੋ। ਤੁਹਾਨੂੰ ਉੱਥੋਂ ਵੀ ਜੌਬ ਆਫਰ ਜਿਹੜੇ ਆ ਉਹ ਆ ਸਕਦੇ ਹੈਗੇ। ਨੰਬਰ 3 ਤੇ ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਪਵਨ ਨੇ ਦੱਸਿਆ ਹੈਗਾ ਕਿ ਕੁਛ ਇੱਥੇ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਉਹ ਵੀ ਤੁਹਾਨੂੰ ਇੱਕ ਵਧੀਆ ਜੌਬ ਦਿਵਾ ਦਿੰਦੀਆਂ ਨੇ। ਇੱਕ ਵਾਰੀ ਏਜੰਸੀ ਦੇ ਥਰੂ ਤੁਸੀਂ ਹਾਇਰ ਹੋ ਗਏ, ਉਸ ਤੋਂ ਬਾਅਦ ਸਾਲ ਦਾ ਐਕਸਪੀਰੀਅੰਸ ਹੋ ਗਿਆ, ਉਹ ਕੰਪਨੀਆਂ ਤੁਹਾਨੂੰ ਡਾਇਰੈਕਟ ਫਿਰ ਹਾਇਰ ਕਰ ਲੈਂਦੀਆਂ ਨੇ। ਸੋ ਇੱਦਾਂ ਦੇ ਬਹੁਤ ਸਾਰੇ ਰਿਸੋਰਸ ਹੈਗੇ ਨੇ ਜਿੱਥੋਂ ਤੁਸੀਂ ਲੱਭ ਸਕਦੇ ਹੋ। ਔਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਕੈਨੇਡਾ ਦੇ ਵਿੱਚ ਰੈਫਰੈਂਸ ਬਹੁਤ ਜ਼ਰੂਰੀ ਆ। ਸੋ ਮੈਂ ਤੁਹਾਨੂੰ ਇਸ ਵਾਰ-ਵਾਰ ਇਹੀ ਕਹਿਣਾ ਵੀ ਜਦੋਂ ਤੁਸੀਂ ਇੱਥੇ ਆ ਗਏ ਆਪਣੇ ਜਿਹੜੇ ਕਨੈਕਸ਼ਨ ਆ ਉਹਨਾਂ ਲੋਕਾਂ ਦੇ ਨਾਲ ਬਣਾਉਣੇ ਸਟਾਰਟ ਕਰੋ ਜਿਹੜੇ ਆਲਰੇਡੀ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਜਾਂ ਕਿਸੇ ਇੱਕ ਵਧੀਆ ਪ੍ਰੋਫੈਸ਼ਨ ਦੇ ਵਿੱਚ ਹੈਗੇ ਨੇ। ਤੁਸੀਂ ਉਹਨਾਂ ਤੋਂ ਸਲਾਹ ਲੈ ਕੇ ਤੁਸੀਂ ਸਟਾਰਟ ਕਰ ਸਕਦੇ ਹੋ ਵੀ ਹਾਂਜੀ ਮੈਂ ਇਹ ਫੀਲਡ ਦੇ ਵਿੱਚ ਜਾਣਾ ਚਾਹਣਾ। ਸੋ ਬਾਕੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਹੋਰ ਹਾਈ ਡਿਮਾਂਡ ਜੌਬਸ ਕਿਹੜੀਆਂ ਵਾ। ਸੋ ਜਿਹਦੇ ਵਿੱਚ ਡੈਂਟਿਸਟ ਆ ਜਾਂਦਾ ਵਾ। ਸੈਕਿੰਡ ਨੰਬਰ ਦੇ ਵਿੱਚ ਅਕਾਊਂਟੈਂਟ ਹੈ ਨਾ, ਅਕਾਊਂਟੈਂਟਸ ਦੀ ਬਹੁਤ ਡਿਮਾਂਡ ਆ ਇੱਥੇ। ਐਂਡ ਜੇ ਡਾਕਟਰੀ ਤੁਹਾਡਾ ਪ੍ਰੋਫੈਸ਼ਨ ਆ, ਡਾਕਟਰਸ ਬਹੁਤ ਪੈਸਾ ਬਣਾਉਂਦੇ ਆ, ਨਰਸਿਸ ਹੋ ਗਏ। ਸੋ ਇਹੋ ਜਿਹੇ ਬਹੁਤ ਸਾਰੇ ਪ੍ਰੋਫੈਸ਼ਨਸ ਆ। ਜੇ ਤੁਸੀਂ ਇੰਡੀਆ ਤੋਂ ਹੀ ਉਹ ਪ੍ਰੋਫੈਸ਼ਨ ਦੇ ਵਿੱਚੋਂ ਤਾਂ ਕਿ ਕੋਸ਼ਿਸ਼ ਕਰੋ ਕਿ ਇੱਥੇ ਆ ਕੇ ਵੀ ਉਹ ਪ੍ਰੋਫੈਸ਼ਨ ਨੂੰ ਅੱਗੇ ਕੈਰੀ ਔਨ ਕਰੋ। 1-2 ਸਾਲ ਤਾਂ ਹੋਊਗਾ ਕਿ ਤੁਹਾਨੂੰ ਫੀਸਾਂ ਵੀ ਭਰਨੀਆਂ ਪੈਣਗੀਆਂ, ਸਟਰਗਲ ਵੀ ਹੋਊਗਾ, ਪਰ ਬਾਅਦ 'ਚ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕੋਗੇ ਕਿਉਂਕਿ ਕਈ ਲੋਕੀ ਕੀ ਚਾਹੁੰਦੇ ਹੁੰਦੇ ਆ ਕਿ ਸਾਡੀ ਵਧੀਆ ਬੈਠੇ ਬਿਠਾਉਣ ਵਾਲੀ ਜੌਬ ਹੋਵੇ, ਅਸੀਂ ਹੱਥ ਕਾਲੇ ਨਹੀਂ ਕਰਨੇ। ਸੋ ਉਹਨਾਂ ਲੋਕਾਂ ਦੇ ਲਈ ਇਹ ਜੌਬਸ ਜਿਹੜੀਆਂ ਵਧੀਆ ਵਾ। ਟੀਚਿੰਗ ਦੇ ਵਿੱਚ ਆ ਜਾਵੋ। ਸੋ ਇਹ ਸੀਗੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਰਿਗਾਰਡਿੰਗ ਪ੍ਰੋਫੈਸ਼ਨਲ ਜੌਬਸ ਦੀ, ਕਿਵੇਂ ਤੁਸੀਂ ਰੈਜ਼ਿਊਮੇ ਬਣਾਉਣਾ, ਕਿਵੇਂ ਕੈਨੇਡਾ ਦੀ ਜਿਹੜੀ ਜੌਬ ਮਾਰਕੀਟ ਆ ਕੰਮ ਕਰਦੀ ਆ। ਸੋ ਉਮੀਦ ਕਰਦੇ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਹੋਈ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਇਸੇ ਨਾਲ ਹੀ ਕਰਦੇ ਆ ਆਪਾਂ ਵੀਡੀਓ ਦਾ ਐਂਡ।